ਧੰਨ ਵਾਹਿਗੁਰੂ ਜੀਓ। ਮਤ ਹੁੰਦੀ ਹੋਇ ਇਆਣਾ, ਤਾਣ ਹੁੰਦੇ ਹੋਇ ਨਿਤਾਣਾ। ਅਣਹੋਂਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਮਤ ਹੁੰਦੀ ਹੋਏ ਆਣਾ, ਤਾਣ ਹੁੰਦੇ ਹੋਏ ਨਿਤਾਣਾ। ਅਣਹੋਂਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸ਼ਬਦ ਸਰੂਪ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਰੂਪ ਵਿੱਚ ਸੱਜ ਕੇ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਪ੍ਰੇਮ ਇਕਾਗਰਤਾ ਸਹਿਤ ਸ਼ਰਵਣ ਕੀਤੇ ਹਨ। ਸਤਿਗੁਰੂ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਵਿੱਚੋਂ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਜੋ ਆਪਾਂ ਇਹਨਾਂ ਰੋਜ਼ਾਨਾ ਦੇ ਦੀਵਾਨਾਂ ਦੇ ਵਿੱਚ ਸਤਿਗੁਰਾਂ ਦੇ ਉਪਦੇਸ਼ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ, ਜਿਸ ਦੇ ਅੰਤਰਗਤ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਆਪਾਂ ਕਰਨ ਦਾ ਯਤਨ ਕੀਤਾ ਹੈ, ਜਿਸ ਵਿੱਚ ਹੁਣ ਤੱਕ ਤਕਰੀਬਨ 127 ਸ਼ਲੋਕ ਆਪਾਂ ਵੱਖਰੇ ਵੱਖਰੇ ਦੀਵਾਨਾਂ ਦੇ ਵਿੱਚ ਵਿਚਾਰੇ ਹਨ। ਕੁੱਲ ਸ਼ਲੋਕ 130 ਹਨ, ਜਿਸ ਵਿੱਚੋਂ 112 ਸ਼ਲੋਕ ਬਾਬਾ ਸ਼ੇਖ ਫਰੀਦ ਸਾਹਿਬ ਦੇ ਹਨ, ਔਰ ਇਸ ਦੇ ਨਾਲ ਹੀ 4 ਸ਼ਲੋਕ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ, 5 ਸ਼ਲੋਕ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਦੇ, 1 ਸ਼ਲੋਕ ਗੁਰੂ ਰਾਮਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਅਤੇ 8 ਸ਼ਲੋਕ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੱਖ-ਵੱਖ ਥਾਈਂ ਇਹਨਾਂ ਸ਼ਲੋਕਾਂ ਦੇ ਵਿੱਚ ਅੰਕਿਤ ਹਨ। ਤੋ 112 ਸ਼ਲੋਕ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਨੇ ਅਤੇ 18 ਸ਼ਲੋਕ 4 ਗੁਰੂ ਸਾਹਿਬਾਨਾਂ ਦੇ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ ਵਿਆਖਿਆ ਵਿੱਚ ਬਾਬਾ ਫਰੀਦ ਸਾਹਿਬ ਦੇ ਸ਼ਲੋਕਾਂ ਦੇ ਨਾਲ ਦਰਜ ਹਨ। ਤੋ ਇਹਨਾਂ ਦੀ ਮੁਕੰਮਲ ਜਿਹੜੀ ਗਿਣਤੀ ਹੈ ਉਹ 130 ਹੈ। ਇਸ ਗੱਲ ਦਾ ਵਿਚਾਰ ਆਪਾਂ ਅੱਗੇ ਵੀ ਕੀਤਾ ਹੈ ਕਿ ਗੁਰੂ ਸਾਹਿਬਾਨਾਂ ਦੇ ਸ਼ਲੋਕ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਵਿੱਚ ਫਰੀਦ ਸਾਹਿਬ ਜੀ ਦੇ ਪਾਵਨ ਸ਼ਲੋਕਾਂ ਦੀ ਵਿਆਖਿਆ ਦੇ ਵਿੱਚ ਆਏ ਹਨ, ਜਿੱਥੇ ਕਿਤੇ ਕਿਸੇ ਵਿਚਾਰ ਨੂੰ ਹੋਰ ਜ਼ਿਆਦਾ ਸਮਝਾਉਣ ਦੀ ਜ਼ਰੂਰਤ ਮਹਿਸੂਸ ਹੋਈ ਹੈ। ਗੁਰੂ ਸਾਹਿਬ ਜੀ ਨੂੰ ਜਿੱਥੇ ਵੀ ਇਹ ਮਹਿਸੂਸ ਹੋਇਆ ਹੈ ਕਿ ਇਸ ਵਿਚਾਰ ਨੂੰ ਥੋੜ੍ਹਾ ਜਿਹਾ ਹੋਰ ਵਿਆਖਿਆ ਸਹਿਤ ਐਕਸਪਲੇਨ ਕਰਨਾ ਚਾਹੀਦਾ ਹੈ, ਦੱਸਣਾ ਚਾਹੀਦਾ ਹੈ, ਜਾਂ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਦੀ ਕਿਸੇ ਬੋਲੀ ਤੋਂ, ਉਹਨਾਂ ਦੀ ਸ਼ਬਦਾਵਲੀ ਤੋਂ ਕਿਸੇ ਪੜ੍ਹਨ ਵਾਲੇ ਨੂੰ, ਪਾਠ ਪਠਨ ਕਰਨ ਵਾਲੇ ਨੂੰ ਕੋਈ ਉਕਾਈ ਨਾ ਲੱਗੇ, ਭੁਲੇਖਾ ਨਾ ਲੱਗੇ, ਉਸ ਵਿਚਾਰ ਨੂੰ ਹੋਰ ਸੌਖੇ ਢੰਗ ਨਾਲ ਸਮਝਾਉਣ ਲਈ ਗੁਰੂ ਸਾਹਿਬਾਨਾਂ ਨੇ ਆਪਣੇ ਸ਼ਲੋਕ ਜਿਹੜੇ ਸਨ ਉਹ ਨਾਲ ਦਰਜ ਕੀਤੇ ਹਨ।
ਤੋ ਆਪਾਂ 127 ਸ਼ਲੋਕਾਂ ਦੀ ਵਿਚਾਰ ਪਿਛਲੇ ਦੀਵਾਨਾਂ ਵਿੱਚ ਕੀਤੀ ਹੈ। ਆਪ ਜੀ ਨੇ 128 ਨੰਬਰ ਸ਼ਲੋਕ ਦਾ ਪਾਠ ਸ਼ਰਵਣ ਕੀਤਾ ਹੈ। ਆਪਾਂ ਯਤਨ ਕਰਾਂਗੇ ਤਿੰਨਾਂ ਸ਼ਲੋਕਾਂ ਦੀ, ਰਹਿੰਦੇ ਹੋਏ ਸ਼ਲੋਕਾਂ ਦੀ ਵਿਚਾਰ ਆਪਾਂ ਅੱਜ ਦੇ ਦੀਵਾਨ ਵਿੱਚ ਕਰੀਏ। ਬਾਬਾ ਫਰੀਦ ਸਾਹਿਬ ਜੀ ਦੇ ਵਿਚਾਰ ਬੜੇ ਸਪਸ਼ਟ ਹਨ, ਬੜੀ ਸੌਖੀ ਭਾਸ਼ਾ ਵਿੱਚ ਹਨ ਔਰ ਬੜੀ ਠੇਠ ਪੰਜਾਬੀ ਜਿਹੜੀ ਹੈ ਉਹਨਾਂ ਨੇ ਉਹਦੀ ਸ਼ਬਦਾਵਲੀ ਆਪਣੇ ਸ਼ਲੋਕਾਂ ਵਿੱਚ ਵਰਤੀ ਹੈ। ਵਕਤ ਬਣਿਆ ਤਾਂ ਆਪਾਂ ਯਤਨ ਕਰਾਂਗੇ ਜਿਨ੍ਹਾਂ ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ, ਭਗਤ ਸਾਹਿਬਾਨ ਹਨ, ਉਹਨਾਂ ਦੇ ਜੀਵਨ ਬਾਬਤ ਜਿੰਨਾ ਕੁ ਆਪਾਂ ਸਮਝਦੇ ਹਾਂ, ਜਿੰਨਾ ਕੁ ਆਪਾਂ ਨੂੰ ਪਤਾ ਹੈ, ਉਸ ਬਾਰੇ ਵੀ ਆਪਾਂ ਉਹਨਾਂ ਦੇ ਜੀਵਨ ਦੇ ਉੱਤੇ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗੇ, ਉਹਨਾਂ ਦੀ ਮਹਾਨ ਪਰਉਪਕਾਰਾਂ ਨੂੰ ਸਮਝਣ ਦਾ ਯਤਨ ਕਰਾਂਗੇ। ਬਾਬਾ ਫਰੀਦ ਸਾਹਿਬ ਪੰਜਾਬ ਦੀ ਧਰਤ ਦੀ ਰੂਹੇ ਰਵਾਂ ਹਨ ਔਰ ਉਹਨਾਂ ਦੀ ਮੁਬਾਰਕ ਬਾਣੀ ਬੜੀ ਠੇਠ ਪੰਜਾਬੀ ਬੋਲੀ ਵਿੱਚ ਹੈ, ਜਿਸ ਵਿੱਚ ਕੁਝ ਸ਼ਬਦ ਜਿਹੜੇ ਹਨ ਮੁਲਤਾਨੀ ਦੇ ਵੀ ਹਨ। ਪਾਕ ਪਟਨ ਜਿੱਥੇ ਬਾਬਾ ਫਰੀਦ ਸਾਹਿਬ ਜੀ ਰਿਹਾ ਕਰਦੇ ਸਨ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪ ਸਫ਼ਰ ਕਰਦਿਆਂ ਹੋਇਆਂ ਇੱਥੇ ਸ਼ੇਖ ਬ੍ਰਹਮ ਜੀ ਪਾਸੋਂ, ਜੋ ਬਾਬਾ ਫਰੀਦ ਸਾਹਿਬ ਜੀ ਦੇ ਪਰਿਵਾਰ ਵਿੱਚੋਂ ਸਨ ਔਰ ਉਹਨਾਂ ਦੀ ਥਾਵੇਂ ਸਤਿਕਾਰੇ ਜਾਂਦੇ ਸਨ, ਉਹਨਾਂ ਪਾਸੋਂ ਹੀ ਬਾਬਾ ਫਰੀਦ ਸਾਹਿਬ ਜੀ ਦੀ ਪਾਵਨ ਬਾਣੀ ਪ੍ਰਾਪਤ ਕੀਤੀ ਸੀ। ਮਹਾਰਾਜ ਨੇ ਬਾ ਤਰਤੀਬ ਇਸ ਬਾਣੀ ਨੂੰ ਆਪਣੀ ਬਾਣੀ ਦੇ ਨਾਲ ਦਰਜ ਕਰਕੇ ਸਾਂਭਿਆ। ਇਹ ਬਾਣੀ ਅੱਗੇ ਤੋਂ ਅੱਗੇ ਅਗਲੀਆਂ ਪਾਤਸ਼ਾਹੀਆਂ ਦੇ ਕੋਲ ਗਈ ਤੇ ਪੰਚਮ ਪਾਤਸ਼ਾਹ ਮਹਾਰਾਜ ਨੇ ਜਦੋਂ ਸਾਰੀ ਬਾਣੀ ਨੂੰ ਬਾ ਤਰਤੀਬ ਲਿਖਿਆ ਤਾਂ ਉਸ ਵੇਲੇ ਪੋਥੀ ਸਾਹਿਬ ਜੀ ਦੀ ਸੰਪਾਦਨਾ ਵੇਲੇ ਇਸ ਬਾਣੀ ਨੂੰ ਵੀ ਤਰਤੀਬ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤਾ। ਤੋ ਸਤਿਗੁਰੂ ਦੇ ਪਾਵਨ ਵਾਕ ਸਾਨੂੰ ਸਦਾ ਹੀ ਸੁਰਤ ਵਿੱਚ ਟਿਕਾ ਕੇ ਰੱਖਣੇ ਚਾਹੀਦੇ ਹਨ। ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ, ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਝਰਨੇ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਨਾਮਾ। ਤੋ ਇਹ ਬੜੇ ਮੁੱਲਵਾਨ, ਬੜੇ ਅਮੋਲਕ, ਬੜੇ ਉੱਚ ਪਾਏ ਦੀ ਜੋ ਨਸੀਹਤ ਹੈ, ਜੋ ਪ੍ਰੇਰਣਾ ਹੈ, ਜੋ ਉਪਦੇਸ਼ ਹੈ ਇਹਨਾਂ ਮਹਾਨ ਸਤਿਪੁਰਖਾਂ ਦਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਕੁੱਲ 15 ਭਗਤ ਸਾਹਿਬਾਨਾਂ ਦੀ ਬਾਣੀ ਹੈ। ਹਾਲਾਂਕਿ ਆਪਾਂ ਵਿਚਾਰਿਆ ਹੈ ਕਿ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਜਿੱਥੇ ਆਰੰਭ ਹੁੰਦੀ ਹੈ ਉੱਥੇ ਉੱਪਰ ਸ਼ਬਦ ਭਗਤ ਨਹੀਂ ਆਇਆ, ਉੱਥੇ ਉੱਪਰ ਸ਼ਬਦ ਜਿਹੜਾ ਹੈ ਉਹ ਸ਼ੇਖ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਜਿੱਥੇ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਵੀ ਆਰੰਭ ਹੋਏ ਨੇ ਉੱਥੇ ਵੀ ਸ਼ੇਖ ਫਰੀਦ ਸ਼ਬਦ ਜਿਹੜਾ ਹੈ ਉਹਨਾਂ ਦੇ ਨਾਂ ਨਾਲ ਸ਼ੇਖ ਸ਼ਬਦ ਦੀ ਵਰਤੋਂ ਹੋਈ। ਬਾਬਾ ਫਰੀਦ ਸਾਹਿਬ ਜੀ ਨੇ ਆਪ ਖੁਦ ਵੀ ਆਖੀ ਸ਼ੇਖਾ ਬੰਦਗੀ ਚੱਲਣ ਅੱਜ ਕੇ ਕੱਲ ਆਪਣੇ ਆਪ ਨੂੰ ਸ਼ੇਖ ਸ਼ਬਦ ਨਾਲ ਹੀ ਪ੍ਰਗਟ ਕੀਤਾ ਹੈ। ਸ਼ੇਖ ਸ਼ਬਦ ਉੱਚੀ ਬਜ਼ੁਰਗੀ ਵਾਲੇ ਨੂੰ, ਵਿਦਵਾਨ ਨੂੰ, ਉੱਚੀ ਸੁਰਤ ਵਾਲੇ ਨੂੰ, ਸਤਿਕਾਰਤ ਨੂੰ, ਗਿਆਨੀ ਪੁਰਖ ਨੂੰ, ਤਤਵੇਤਾ ਪੁਰਖ ਬਾਰੇ ਇਹ ਸ਼ਬਦ ਵਰਤਿਆ ਜਾਂਦਾ ਹੈ। ਫਰੀਦ ਸਾਹਿਬ ਜੀ ਨੂੰ ਚਾਹੁਣ ਵਾਲਿਆਂ ਨੇ, ਉਹਨਾਂ ਨੂੰ ਜਾਣਨ ਵਾਲਿਆਂ ਨੇ, ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋਣ ਵਾਲਿਆਂ ਨੇ ਉਹਨਾਂ ਨੂੰ ਸ਼ੇਖ ਫਰੀਦ ਸਾਹਿਬ ਕਹਿ ਕੇ ਬੁਲਾਇਆ। ਗੰਜ ਸ਼ਕਰ ਜਾਂ ਸ਼ਕਰ ਗੰਜ ਉਹਨਾਂ ਦਾ ਪਿਆਰਾ ਤਖੱਲਸ ਹੈ। ਇਸ ਦਾ ਭਾਵ ਹੁੰਦਾ ਹੈ ਮਿਠਾਸ ਦਾ ਘਰ, ਮਿਠਾਸ ਦਾ ਖਜ਼ਾਨਾ। ਸੋ ਬਹੁਤ ਸਾਰੀਆਂ ਵਡਿਆਈਆਂ ਹਨ ਉਹਨਾਂ ਦੇ ਜੀਵਨ ਦੀਆਂ। ਜਿਸ ਪਾਵਨ ਸ਼ਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਬੜੇ ਉੱਚ ਪਾਏ ਦੇ ਵਿਚਾਰ ਇਸ ਪਾਵਨ ਸ਼ਲੋਕ ਰਾਹੀਂ ਬਾਬਾ ਫਰੀਦ ਸਾਹਿਬ ਜੀ ਨੇ ਜ਼ਾਹਰ ਕੀਤੇ ਹਨ। ਬਾਬਾ ਫਰੀਦ ਸਾਹਿਬ ਬਖਸ਼ਿਸ਼ ਕਰਦੇ ਹਨ, ਮਨੁੱਖ ਜਿਹੜੇ ਹੁਨਰ ਵਿੱਚ ਵੀ ਮਾਹਰ ਹੋਵੇ, ਕਈ ਵਾਰ ਉਸ ਹੁਨਰ ਅਤੇ ਉਸ ਕਲਾ ਜਾਂ ਉਸ ਪ੍ਰਾਪਤੀ ਕਰਕੇ ਉਸ ਦੇ ਜੀਵਨ ਦੇ ਅੰਦਰ ਹਉਮੈ ਤੇ ਹੰਕਾਰ ਦਾ ਪ੍ਰਭਾਵ ਵੱਧ ਜਾਂਦਾ ਹੈ।
ਇਹ ਵੀ ਇੱਕ ਬੜੀ ਸੁਚੇਤ ਹੋਣ ਵਾਲੀ ਗੱਲ ਹੈ ਕਿ ਤੁਹਾਡੇ ਕੋਲ ਕੋਈ ਕਲਾ ਆ ਜਾਏ, ਕੋਈ ਹੁਨਰ ਆ ਜਾਏ, ਕੋਈ ਤਾਕਤ ਆ ਜਾਏ, ਕੋਈ ਸਮਰੱਥਾ ਆ ਜਾਏ, ਤੁਸੀਂ ਕੋਈ ਪ੍ਰਾਪਤੀ ਆਪਣੀ ਲਾਈਫ ਵਿੱਚ, ਜੀਵਨ ਵਿੱਚ ਕਰ ਲਵੋ ਤੇ ਉਸ ਨੂੰ ਇੰਜੋਏ ਕਰਨ ਦੀ ਬਜਾਏ, ਉਸ ਦਾ ਮਾਣ ਹੰਢਾਉਂਦਿਆਂ ਹੋਇਆਂ ਉਸ ਤੋਂ ਖੁਦ ਲਾਭ ਲੈਣ ਦੀ ਬਜਾਏ ਅਤੇ ਦੂਜਿਆਂ ਨੂੰ ਲਾਭ ਦੇਣ ਦੀ ਬਜਾਏ, ਕਈ ਵਾਰ ਮਨੁੱਖ ਹਉਮੈ ਵਰਗੀਆਂ ਪ੍ਰਵਿਰਤੀਆਂ ਤੇ ਹੰਕਾਰ ਵਰਗੇ ਸੁਭਾਅ ਦਾ ਜ਼ਿਆਦਾ ਸ਼ਿਕਾਰ ਹੋ ਜਾਂਦਾ ਹੈ। ਉਹ ਉਸ ਗੁਣ ਦੇ ਨਾਲ, ਉਸ ਕਲਾ ਦੇ ਨਾਲ, ਉਸ ਪ੍ਰਾਪਤੀ ਦੇ ਨਾਲ ਵੀ ਅਨਿਆਂ ਹੁੰਦਾ ਹੈ ਤੇ ਦੂਜਿਆਂ ਦੇ ਲਈ ਵੀ ਅਜਿਹਾ ਵਿਹਾਰ ਜਿਹੜਾ ਉਹ ਸਿਰਦਰਦੀ ਬਣ ਜਾਂਦਾ ਹੈ। ਇੱਥੇ ਕੁਝ ਵਿਚਾਰ ਬਾਬਾ ਫਰੀਦ ਸਾਹਿਬ ਨੇ ਪ੍ਰਗਟ ਕੀਤੇ ਹਨ। ਪਹਿਲਾ ਸ਼ਬਦ ਉਹਨਾਂ ਨੇ ਵਰਤਿਆ ਹੈ ਮਤ। ਮਤ ਤੋਂ ਭਾਵ ਹੈ ਅਕਲ। ਅਕਲ ਆਪਾਂ ਸਮਝ ਨੂੰ ਕਹਿੰਦੇ ਹਾਂ। ਉੱਚੀ ਸਮਝ ਆ ਜਾਏ ਬੰਦੇ ਨੂੰ, ਗੱਲ ਸਮਝ ਵਿੱਚ ਆ ਜਾਏ, ਪਕੜ ਵਿੱਚ ਆ ਜਾਏ, ਅਕਲ ਜ਼ਿਆਦਾ ਹੋਵੇ ਕਿਸੇ ਨਾਲੋਂ, ਤੇ ਇਸ ਅਕਲ ਦੇ ਉੱਤੇ ਮਾਣ ਕਰਦਿਆਂ ਹੋਇਆਂ ਇਸ ਅਕਲ ਦਾ ਖੁਦ ਨੂੰ ਲਾਭ ਦੇਣਾ ਚਾਹੀਦਾ ਹੈ ਤੇ ਸਮਾਜ ਨੂੰ, ਦੂਜਿਆਂ ਨੂੰ ਵੀ ਲਾਭ ਪਹੁੰਚਾਉਣਾ ਚਾਹੀਦਾ ਹੈ। ਪਰ ਜਦੋਂ ਮਨੁੱਖ ਆਪਣੀ ਸਮਝਦਾਰੀ ਨੂੰ ਆਪਣੀ ਹਉਮੈ ਦਾ ਚਿੰਨ੍ਹ ਬਣਾ ਲੈਂਦਾ ਹੈ, ਹਉਮੈ ਦਾ ਨਿਸ਼ਾਨ ਬਣਾ ਲੈਂਦਾ ਹੈ, ਤਾਂ ਉਹ ਫਿਰ ਦੂਸਰਿਆਂ ਨੂੰ ਮੂਰਖ ਸਾਬਤ ਕਰਨ ਦੇ ਉੱਤੇ ਵਧੇਰੇ ਜ਼ੋਰ ਲਾ ਦਿੰਦਾ ਹੈ। ਮੈਂ ਅੱਗੇ ਵੀ ਕਈ ਵਾਰ ਇਹ ਸਾਖੀ ਮਾਤਰ ਦਾ ਜ਼ਿਕਰ ਕੀਤਾ ਹੈ। ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਸ਼ਮੀਰ, ਜਿਸ ਨੂੰ ਆਪਾਂ ਸੁਮੇਰ ਪਰਬਤ ਦੇ ਨਾਂ ਨਾਲ ਸਾਖੀਆਂ ਦੇ ਵਿੱਚ ਪੜ੍ਹਦੇ ਹਾਂ, ਕੈਲਾਸ਼ ਪਰਬਤ, ਇੱਧਰੋਂ ਸਤਿਗੁਰੂ ਜੀ ਯਾਤਰਾ ਤੋਂ ਵਾਪਸ ਆ ਰਹੇ ਸਨ। ਮੈਂ ਜਨਮ ਸਾਖੀ ਦੀ ਇਹ ਸਾਖੀ ਨੂੰ ਪੜ੍ਹਿਆ ਹੈ। ਉਸ ਵਿੱਚ ਦਰਜ ਹੈ, ਮਹਾਰਾਜ ਨੇ ਆਪਣੇ ਤਨ ਦੇ ਉੱਤੇ ਚਮੜੇ ਦੇ ਵਸਤਰ ਪਹਿਨੇ ਹੋਏ ਸਨ। ਸੁਭਾਵਕ ਹੈ, ਬਰਫੀਲੇ ਰਾਹਾਂ ਤੇ ਬਰਫੀਲੀ ਥਾਂ ਦੇ ਉੱਤੇ ਜਿਸ ਤਰ੍ਹਾਂ ਦਾ ਪਹਿਰਾਵਾ ਬਰਫ਼ ਦੇ ਇਲਾਕੇ ਵਿੱਚ ਸਫ਼ਰ ਕਰਦਿਆਂ ਲੋਕ ਪਹਿਨਦੇ ਸਨ, ਸਤਿਗੁਰੂ ਨੇ ਉਹੀ ਪਹਿਨਿਆ ਹੋਏਗਾ। ਸਤਿਗੁਰੂ ਸਫ਼ਰ ਤੋਂ ਵਾਪਸ ਆਏ ਤੇ ਮਟਨ ਦੀ ਜਗ੍ਹਾ ਹੈ, ਪਹਿਲਗਾਮ ਦੇ ਵਿੱਚ ਮਟਨ, ਉੱਥੇ ਇੱਕ ਤੀਰਥ ਹੈ, ਇੱਕ ਮੰਦਰ ਹੈ। ਉਸ ਮੰਦਰ ਦੇ ਵਿੱਚ ਸਤਿਗੁਰੂ ਮਹਾਰਾਜ ਆਏ। ਕੋਈ ਮੱਥਾ ਟੇਕਣ ਨਹੀਂ ਆਏ ਜਾਂ ਉੱਥੇ ਕੋਈ ਯਾਤਰਾ ਕਰਨ ਨਹੀਂ ਆਏ। ਸਤਿਗੁਰੂ ਦੇ ਰੂਟ ਵਿੱਚ, ਸਫ਼ਰ ਵਿੱਚ ਉਹ ਜਗ੍ਹਾ ਪੈਂਦੀ ਹੈ ਤੇ ਬੜੀ ਮਸ਼ਹੂਰ ਹੈ। ਮਹਾਰਾਜ ਨੇ ਜਿੱਥੇ ਵੱਖ-ਵੱਖ ਥਾਂ ਤੇ ਜਾ ਕੇ ਆਪਣਾ ਉਪਦੇਸ਼ ਦਿੱਤਾ, ਉੱਥੇ ਵੀ ਸਤਿਗੁਰੂ ਕੁਝ ਸਮਾਂ ਰੁਕੇ ਤੇ ਉੱਥੇ ਵੀ ਮਹਾਰਾਜ ਨੇ ਆਪਣਾ ਉਪਦੇਸ਼ ਬਖਸ਼ਿਆ। ਉੱਥੇ ਗਰੀਬ ਨਵਾਜ਼ ਗੁਰੂ ਨਾਨਕ ਸਾਹਿਬ ਮਹਾਰਾਜ ਰੁਕੇ। ਉੱਥੇ ਲਾਗੇ ਇੱਕ ਪਿੰਡ ਹੈ, ਦਾਸ ਨੂੰ ਉਹ ਜਗ੍ਹਾ ਵੇਖਣ ਦਾ ਮੌਕਾ ਬਣਿਆ। ਛੋਟਾ ਜਿਹਾ ਲਾਗੇ ਪਿੰਡ ਹੈ, ਉਸ ਦਾ ਪਿੰਡ ਦਾ ਨਾਂ ਹੈ ਬੀਜ ਬਿਹਾੜਾ। ਬੀਜ ਬਿਹਾੜੇ ਪਿੰਡ ਦਾ ਬੜਾ ਵਿਦਵਾਨ ਇੱਕ ਬ੍ਰਾਹਮਣ ਹੈ, ਪੰਡਿਤ ਹੈ, ਜਿਸ ਦਾ ਨਾਮ ਬ੍ਰਹਮਦਾਸ ਹੈ। ਉਹ ਉਸ ਪੰਡਤ ਦੇ ਵਿੱਚ, ਉਸ ਮੰਦਰ ਦੇ ਵਿੱਚ ਉਹ ਪੰਡਤ ਜਿਹੜਾ ਨਿਤਾ ਪ੍ਰਤੀ ਉਪਦੇਸ਼ ਕਰਦਾ, ਪੜ੍ਹਾਉਂਦਾ, ਦੱਸਦਾ, ਜੋ ਜੌਬ ਹੁੰਦੀ ਹੈ ਕਿਸੇ ਦੀ, ਜੋ ਕਰਮ ਹੁੰਦਾ ਹੈ। ਹੁਣ ਜਿੰਨਾ ਵੱਡਾ ਵਿਦਵਾਨ ਸੀ, ਉਹਨਾਂ ਵੱਡਾ ਹੰਕਾਰ ਵੀ ਉਸ ਨੂੰ ਹੈ। ਇਹ ਆਪਣੀ ਜ਼ਿੰਦਗੀ ਦਾ ਵੇਖੋ ਕਿੰਨਾ ਵਕਤ ਬੰਦੇ ਨੇ ਲਾਇਆ ਹੋਏਗਾ, ਕਿਸੇ ਚੀਜ਼ ਨੂੰ ਪੜ੍ਹਿਆ, ਉਹਨੂੰ ਸਮਝਿਆ, ਉਹਨੂੰ ਯਾਦ ਰੱਖਿਆ, ਕਿੰਨੇ ਗ੍ਰੰਥਾਂ 'ਚ ਕੀ ਲਿਖਿਆ, ਕਿੱਥੇ ਲਿਖਿਆ, ਕੀ ਮਤਲਬ ਹੈ, ਕੀ ਭਾਵ ਹੈ। ਬਹੁਤ ਵੱਡੀ ਇੱਕ ਅਭਿਆਸ ਦੀ ਖੇਡ ਹੈ ਸਾਰੀ। ਕਿੰਨਾ ਵੱਡਾ ਅਭਿਆਸ ਹੈ, ਕਿੰਨਾ ਵਕਤ ਜਿਹੜਾ ਹੈ ਜ਼ਿੰਦਗੀ ਦਾ ਬੰਦੇ ਨੇ ਖਰਚ ਕੀਤਾ, ਗ੍ਰੰਥਾਂ ਨੂੰ ਪੜ੍ਹਿਆ ਹੋਏਗਾ, ਸਮਝਿਆ, ਪਹਿਲੋਂ ਸਿੱਖਣ ਤੇ ਕਿੰਨੀ ਜ਼ਿੰਦਗੀ ਲਾਈ ਹੋਏਗੀ। ਪਰ ਇੱਕ ਔਗਣ ਉਹਦੇ ਜੀਵਨ ਦੇ ਵਿੱਚ ਹੈ, ਉਹ ਇਹ ਹੈ ਵੀ ਉਹ ਉਹਨਾਂ ਗ੍ਰੰਥਾਂ ਦੇ ਆਧਾਰ ਦੇ ਉੱਤੇ ਡਿਬੇਟ ਕਰਦਾ, ਹਰ ਇੱਕ ਬੰਦੇ ਨਾਲ ਚਰਚਾ, ਹਰ ਬੰਦੇ ਨਾਲ ਡਿਬੇਟ। ਤੇ ਕਈ ਵਾਰ ਉਹ, ਕਿਉਂਕਿ ਹਰ ਕੋਈ ਜਦੋਂ ਜਾਣਦਾ, ਇੱਕ ਪ੍ਰਭਾਵ, ਇੱਕ ਛਵੀ ਬਣੀ ਹੋਈ ਹੈ ਵੀ ਇਸ ਬੰਦੇ ਨਾਲ ਕੋਈ ਚਰਚਾ ਨਹੀਂ ਕਰ ਸਕਦਾ, ਤਾਂ ਮਾੜਾ ਬੰਦਾ ਹੱਥ ਜੋੜ ਕੇ ਲੰਘ ਜਾਂਦਾ ਜੀ ਮੈਨੂੰ ਇੰਨਾ ਨਹੀਂ ਪਤਾ, ਤੁਸੀਂ ਵਿਦਵਾਨ ਹੋ, ਤੁਸੀਂ ਦੱਸ ਦਿਓ ਕੁਝ ਦੱਸਣਾ ਚਾਹੋ।
ਪਰ ਕਈ ਐਸੇ ਸਨ ਜਿਹੜੇ ਸੋਚਦੇ ਵੀ ਚਲੋ ਪਰਖ ਹੋ ਜਾਏਗੀ ਕਿੰਨਾ ਕੁ ਵਿਦਵਾਨ ਹੈ। ਉਹ ਸ਼ਰਤ ਰੱਖਦਾ ਵੀ ਜੇ ਮੈਂ ਵਿਦਵਤਾ ਵਿੱਚ ਜਿੱਤ ਗਿਆ ਤੇ ਤੂੰ ਆਪਣੇ ਗ੍ਰੰਥ ਜਿਹੜੇ ਨੇ ਉਹ ਮੈਨੂੰ ਦੇ ਦੇ, ਤੇ ਜੇ ਮੈਂ ਹਾਰ ਗਿਆ ਤੇ ਮੈਂ ਆਪਣੇ ਤੈਨੂੰ ਦੇ ਦਿਆਂਗਾ। ਕਈ ਵਾਰ ਬੰਦਾ ਸਮਝ ਜਿਹੜੀ ਹੈ ਨਾ, ਕੁਝ ਚੀਜ਼ਾਂ ਜਿਹੜੀਆਂ ਕਿਸੇ ਨਾਲ ਜਦੋਂ ਵਿਚਾਰ ਕਰਦਾ ਹੈ, ਜਿਹਨੂੰ ਆਪਾਂ ਡਿਬੇਟ ਕਹਿ ਦਿੰਦੇ ਹਾਂ, ਡਿਬੇਟ ਜਿਹੜੀ ਹੈ ਜੇ ਤਾਂ ਕੁਝ ਸਮਝਣ ਲਈ ਹੋ ਰਹੀ ਹੈ, ਸਮਝਾਉਣ ਲਈ ਹੋ ਰਹੀ ਹੈ ਤੇ ਗੱਲ ਹੋਰ ਹੈ, ਪਰ ਉਹਦੇ ਵਿੱਚ ਜਦੋਂ ਬੌਧਿਕ ਕਸਰਤ ਆ ਗਈ ਨਾ, ਚਲਾਕੀ ਆ ਗਈ, ਚਤੁਰਾਈ ਆ ਗਈ, ਜਿੱਤ ਤੇ ਹਾਰ ਦਾ ਇਸ਼ੂ ਕ੍ਰੀਏਟ ਹੋ ਗਿਆ ਵੀ ਜਿੱਤ ਹਾਰ ਦਾ। ਜਿਵੇਂ ਪਹਿਲਵਾਨ ਨਹੀਂ ਅਖਾੜੇ ਵਿੱਚ ਲੜ ਘੁਲਦੇ, ਜਿਵੇਂ ਦੋ ਯੋਧੇ ਜਿਹੜੇ ਸਿਪਾਹੀ ਜਿਹੜੇ ਨੇ ਉਹ ਜੰਗ ਵਿੱਚ ਲੜ ਰਹੇ ਹੋਣ, ਤਾਂ ਡਿਬੇਟ ਜਿਹੜੀ ਹੈ ਉਹਦੇ ਕਈ ਵਾਰ ਨਤੀਜਾ ਕੁਝ ਨਹੀਂ ਨਿਕਲਦਾ। ਉਹਦੇ ਵਿੱਚ ਇਹੀ ਹੁੰਦਾ ਵੀ ਕਿਹੜਾ ਆਪਣੀ ਦਲੀਲ ਵੱਧ ਦਿੰਦਾ ਹੈ, ਕਿਹੜਾ ਤਰਕ ਵੱਧ ਕਰਦਾ ਹੈ, ਕਿਹੜਾ ਬੰਦਾ ਦੂਜੇ ਨੂੰ ਦਬਾਉਂਦਾ ਵੱਧ ਹੈ। ਉਹਦੇ 'ਚ ਕਈ ਕੁਝ ਮੈਟਰ ਕਰ, ਤੁਹਾਡੇ ਕੋਲ ਸ਼ਬਦ, ਮੌਕੇ ਦੀ ਦਲੀਲ, ਤੁਸੀਂ ਅਗਲੇ ਦੀ ਗੱਲ ਦੀ ਕਮਜ਼ੋਰੀ ਕਿਵੇਂ ਫੜਦੇ ਹੋ, ਤੁਸੀਂ ਦੂਸਰੇ ਬੰਦੇ ਨੂੰ ਨੀਵਾਂ ਕਿਵੇਂ ਵਿਖਾ ਲੈਂਦੇ ਹੋ, ਕਿਵੇਂ ਠਿੱਬੀ ਲਾ ਲੈਂਦੇ ਹੋ। ਪੂਰਾ ਇੱਕ ਚਤੁਰਾਈ ਦਾ, ਚਲਾਕੀ ਦਾ, ਪੂਰੇ ਦਾ ਪੂਰਾ ਉਸ ਜਗ੍ਹਾ ਦੇ ਉੱਤੇ ਇੱਕ ਵਰਤਾਰਾ ਵਰਤ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਵੀ ਉਸਨੇ ਆਫਰ ਕੀਤੀ, ਮਹਾਰਾਜ ਮੇਰੇ ਨਾਲ ਚਰਚਾ ਕਰੋ। ਹਜ਼ੂਰ ਮੁਸਕਰਾਏ, ਸਤਿਗੁਰੂ ਕਹਿਣ ਲੱਗੇ ਕਿਸ ਗੱਲ ਉੱਤੇ ਚਰਚਾ ਕਰਨੀ? ਮੇਰੇ ਨਾਲ ਤੁਸੀਂ ਜੋ ਗ੍ਰੰਥਾਂ ਦੇ ਵਿੱਚ ਅਧਿਆਤਮਕ ਪਹਿਲੂ ਬਿਆਨ ਕੀਤੇ ਨੇ ਉਸ ਗੱਲ ਉੱਤੇ ਡਿਬੇਟ ਕਰੋ, ਚਰਚਾ ਕਰੋ। ਹਜ਼ੂਰ ਨੇ ਮੁਸਕਰਾਉਂਦਿਆਂ ਕਿਹਾ, ਵੈਸੇ ਤਾਂ ਉਹਨੇ ਪਹਿਲਾਂ ਕਈ ਇਤਰਾਜ਼ ਮਹਾਰਾਜ ਨਾਲ ਕਰ ਲਏ ਸਨ, ਆਪਾਂ ਬਹੁਤੀ ਵਿਆਖਿਆ ਵਿੱਚ ਨਹੀਂ ਜਾਵਾਂਗੇ। ਹਜ਼ੂਰ ਨੇ ਉਹਨੂੰ ਇਤਨਾ ਹੀ ਕਿਹਾ, ਬ੍ਰਹਮਦਾਸ ਮੇਰੇ ਕੋਲ ਤੇਰੇ ਵਾਂਗ ਕੋਈ ਬਹੁਤੇ ਗ੍ਰੰਥ ਨਹੀਂ ਹਨ ਵੀ ਮੈਂ ਤੈਨੂੰ ਦੇ ਦਿਆਂ, ਤੇ ਤੇਰੇ ਗ੍ਰੰਥਾਂ ਨੂੰ ਲੈਣ ਦੀ ਮੇਰੇ ਅੰਦਰ ਕੋਈ ਖਿੱਚ ਨਹੀਂ ਵੀ ਤੂੰ ਹਾਰ ਜਾਏ ਤੇ ਮੈਂ ਤੇਰੇ ਗ੍ਰੰਥ ਲੈ ਕੇ ਤੇ ਦੁਨੀਆ ਨੂੰ ਦੱਸਾਂ ਵੇਖੋ ਬ੍ਰਹਮਦਾਸ ਇੰਨਿਆਂ ਨੂੰ ਹਰਾਉਣ ਵਾਲਾ ਮੇਰੇ ਕੋਲੋਂ ਹਾਰ ਗਿਆ। ਇਹ ਮਹਿਜ਼ ਇੱਕ ਬੌਧਿਕ ਕਸਰਤ, ਇਹਦੀ ਪ੍ਰਾਪਤੀ ਨਾ ਤੈਨੂੰ ਕੋਈ ਹੋਏਗੀ ਨਾ ਮੈਨੂੰ ਕੋਈ ਹੋਏਗੀ। ਜਿਹੜਾ ਹਾਰੇਗਾ, ਜਿਸ ਨੂੰ ਹਾਰਿਆ ਸਾਬਤ ਕਰ ਲਿਆ ਜਾਏਗਾ। ਕਈ ਵਾਰ ਬੰਦਾ ਹਾਰਦਾ ਨਹੀਂ, ਮੌਕੇ ਤੇ ਦਲੀਲ ਨਹੀਂ ਆਈ ਤੇ ਉਹ ਸਮਾਂ ਹੀ ਉਹਨਾਂ ਕੁ ਹੁੰਦਾ ਬੰਦੇ ਨੂੰ ਹਾਰਿਆ ਹੋਇਆ ਮੰਨ ਲਿਆ ਜਾਣਾ। ਜਿਹੜਾ ਹਾਰ ਜਾਏਗਾ ਉਹਦੇ ਅੰਦਰ ਹੀਣ ਭਾਵਨਾ, ਤੇ ਜਿਹੜਾ ਜਿੱਤ ਜਾਏਗਾ ਉਹ ਹੰਕਾਰ ਵਿੱਚ ਦੂਜਿਆਂ ਨੂੰ ਦੱਸੇਗਾ। ਇਹਦੇ ਵਿੱਚੋਂ ਕੋਈ ਪ੍ਰਾਪਤੀ ਨਹੀਂ ਹੋਣੀ। ਸਤਿਗੁਰੂ ਨੇ ਜੋ ਉਸ ਨੂੰ ਉਪਦੇਸ਼ ਦਿੱਤਾ, ਸਹੀ ਮਾਰਗ ਦ੍ਰਿੜ ਕਰਾਇਆ। ਪੜ ਪੜ ਗੱਡੀ ਲੱਦੀਐ, ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਐ ਖਾਤ, ਪੜੀਐ ਜੇਤੇ ਬਰਸ ਬਰਸ, ਪੜੀਐ ਜੇਤੇ ਮਾਸ, ਪੜੀਐ ਜੇਤੀ ਆਰਜਾ, ਪੜੀਐ ਜੇਤੇ ਸਾਸ। ਅਖੀਰ ਤੇ ਫਰਮਾਇਆ, ਨਾਨਕ ਲੇਖੈ ਇੱਕ ਗੱਲ। ਲੇਖੇ ਦਾ ਮਤਲਬ ਆਪਾਂ ਸਮਝਦੇ ਨਾ ਕਾਊਂਟ, ਜਿਹੜੀ ਤੁਹਾਡੇ ਖਾਤੇ 'ਚ ਹੈ, ਜਿਹੜੀ ਗਿਣਨ ਵਾਲੀ ਚੀਜ਼ ਹੈ, ਜਿਹੜੀ ਚੀਜ਼ ਦੀ ਗੱਲ ਹੋਣੀ ਚਾਹੀਦੀ ਹੈ, ਜੋ ਰਿਜ਼ਲਟ ਹੈ ਉਹ ਕੀ ਹੈ, ਕਿ ਤੁਸੀਂ ਉਸ ਨੂੰ ਆਪਣੇ ਜੀਵਨ 'ਚ ਜੀ ਕੇ ਕਿੰਨਾ ਵੇਖਿਆ। ਹੋ ਸਕਦਾ ਮੈਨੂੰ ਧਰਮ ਗ੍ਰੰਥ ਦੇ ਬਹੁਤ ਸ਼ਲੋਕ ਆਉਂਦੇ ਹੋਣ, ਜਦੋਂ ਮੈਂ ਇੱਕ ਸ਼ਲੋਕ ਨੂੰ ਵੀ ਜੀ ਕੇ ਨਹੀਂ ਵੇਖਿਆ ਤੇ ਉਹ ਆਉਣਾ ਜਿਹੜਾ ਹੈ ਉਹ ਮਹਿਜ਼ ਬੌਧਿਕ ਮਿਹਨਤ ਹੋ ਸਕਦੀ ਹੈ, ਪਰ ਉਹਦਾ ਰਸ ਮੈਂ ਨਹੀਂ ਮਾਣ ਸਕਿਆ, ਉਹਦਾ ਮੈਂ ਸਵਾਦ ਨਹੀਂ ਮਾਣ ਸਕਿਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ, ਹੋਰ ਹਉਮੈ ਝਖਣਾ ਝਾਕ। ਬਾਕੀ ਜਿਹੜੀਆਂ ਗੱਲਾਂ ਨੇ ਨਾ ਵੀ ਮੈਨੂੰ ਇੰਨਾ ਪਤਾ ਹੈ, ਮੈਂ ਦੂਜੇ ਨੂੰ ਡਿਬੇਟ ਕਰਾਂ, ਮੈਂ ਦੂਜੇ ਨੂੰ ਹਰਾਵਾਂ, ਮੈਂ ਦੂਸਰੇ ਦੀ ਅਗਿਆਨਤਾ ਦੀ ਖਿੱਲੀ ਉਡਾਵਾਂ, ਉਹ ਤਾਂ ਹਉਮੈ ਹੰਕਾਰ ਦੀ ਝੱਖ ਹੈ। ਝੱਖ ਆਪਾਂ ਕਹਿੰਦੇ ਨਾ, ਝੱਖਾਂ ਮਾਰਨੀ, ਵਾਧੂ ਉਛਲ ਉਛਲ ਕੇ ਫਜ਼ੂਲ ਵਿੱਚ ਗੱਲ ਕਰ, ਉਹਨੂੰ ਝੱਖ ਮਾਰਨਾ ਕਹਿੰਦੇ। ਮੂਰਖ ਸਿਉ ਬੋਲੇ ਝੱਖ ਮਾਰੀ। ਜਿਸ ਗੱਲ ਦਾ ਕੋਈ ਸਹੀ ਰਿਜ਼ਲਟ ਨਹੀਂ, ਜਿਸ ਗੱਲ ਦਾ ਕੋਈ ਮਤਲਬ ਨਹੀਂ ਨਿਕਲਦਾ, ਉਹ ਗੱਲ ਬਾਰ-ਬਾਰ ਹਵਾ 'ਚ ਉਛਲ ਕੇ ਕਰਦੇ ਰਹਿਣਾ, ਉਹਨੂੰ ਝੱਖ ਮਾਰਨਾ ਕਹਿੰਦਾ। ਤੋ ਸਤਿਗੁਰੂ ਨੇ ਆਖਿਆ ਵੀ ਉਹ ਕਿੱਡੀ ਵੀ ਕੀਮਤੀ ਗੱਲ ਹੋਵੇ, ਜਦੋਂ ਤੁਹਾਡਾ ਮੋਟਿਵ, ਤੁਹਾਡਾ ਮਕਸਦ ਇਹ ਹੈ ਵੀ ਇਹ ਮੇਰੀ ਹਉਮੈ ਨੂੰ ਪ੍ਰਚੰਡ ਕਰੇ, ਦੂਸਰੇ ਦੀ ਮੂਰਖਤਾਈ ਜਾਂ ਉਹਦੀ ਅਗਿਆਨਤਾ, ਉਹਦੀ ਬੇਸਮਝੀ ਦੀ ਖਿੱਲੀ ਉਡਾਵੇ, ਤਾਂ ਉਹ ਝੱਖ ਤੋਂ ਵੱਧ ਕੁਝ ਨਹੀਂ, ਭਾਵੇਂ ਉਹ ਕਿੱਡੇ ਵੀ ਕੀਮਤੀ ਗ੍ਰੰਥ ਵਿੱਚੋਂ ਗੱਲ ਹੋਵੇ। ਧਿਆਨ ਵਿੱਚ ਰੱਖਣਾ, ਕਿੱਡਾ ਵੀ ਉੱਚ ਪਾਏ ਦਾ ਖਿਆਲ ਹੋਵੇ, ਜਦੋਂ ਤੁਹਾਡਾ ਉਹਦੇ ਪਿੱਛੇ ਮਕਸਦ ਹੀ ਹੋਰ ਹੈ, ਤੁਹਾਡੀ ਸਮਝਦਾਰੀ ਦਾ ਉਸ ਵੇਲੇ ਕੋਈ ਰਿਜ਼ਲਟ ਨਹੀਂ। ਸਤਿਗੁਰੂ ਦੀ ਬਾਣੀ ਨੂੰ ਪੜ੍ਹ ਕੇ ਵੇਖੀਏ, ਜਿੱਥੇ ਹਜ਼ੂਰ ਕਹਿੰਦੇ ਨੇ, ਵਿਦਿਆ ਵਿਚਾਰੀ ਤਾਂ
ਆਮ ਤੌਰ 'ਤੇ ਅਸੀਂ ਵਿਸਰਾਮ ਲਗਾਉਂਦੇ ਹਾਂ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਨਹੀਂ, ਸਾਰੇ ਵਿਦਿਆ ਦੇ ਵਿਚਾਰਵਾਨ ਕਿਤੇ ਪਰਉਪਕਾਰੀ ਨੇ ਦੁਨੀਆ 'ਚ? ਕੋਈ ਜ਼ਰੂਰੀ ਨਹੀਂ ਜਿਹੜਾ ਵਿਦਿਆ ਪੜ੍ਹਦਾ ਹੈ ਉਹ ਸਾਰਾ ਉਹ ਪਰਉਪਕਾਰੀ ਹੋ ਜਾਏ। ਸਤਿਗੁਰੂ ਨੇ ਆਖਿਆ ਤੂੰ ਵਿਦਿਆ ਦਾ ਵਿਚਾਰਵਾਨ ਤਾਂ ਹੈ, ਤੂੰ ਇੰਟੈਲੈਕਚੁਅਲ ਤਾਂ ਹੈ, ਪਰਉਪਕਾਰੀ। ਜੇ ਤੇਰੇ ਜੀਵਨ 'ਚ ਪਰਉਪਕਾਰ ਵੀ ਹੈ ਤੇ, ਨਹੀਂ ਤਾਂ ਤੇਰੀ ਵਿਦਵਤਾ ਕੁਰਾਏ ਵੀ ਪੈ ਸਕਦੀ ਹੈ। ਵਿਦਿਆ ਵਿਚਾਰੀ ਤਾਂ ਪਰਉਪਕਾਰੀ ਨਹੀਂ, ਵਿਦਿਆ ਵਿਚਾਰੀ ਤਾਂ, ਤੂੰ ਵਿਦਿਆ ਦਾ ਵਿਚਾਰਵਾਨ ਤਾਂ ਹੈ, ਪਰਉਪਕਾਰੀ। ਜੇ ਤੂੰ ਪਰਉਪਕਾਰੀ ਹੈ ਤਾਂ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਉੱਥੇ ਜੋ ਉਪਦੇਸ਼ ਦਿੱਤਾ ਬ੍ਰਹਮਦਾਸ ਦੇ ਮਨ ਨੂੰ ਪਾਇਆ। ਇੱਕ ਜਾੜਾ ਲੈ ਗਿਆ ਸੁਰਤ ਦੇ ਉੱਤੇ ਜਿਹੜਾ ਜੰਮਿਆ ਸੀ ਵੀ ਮੈਂ ਕਿਹੜੀ ਖੇਡ ਖੇਡ ਰਿਹਾ, ਇਹਦੇ 'ਚ ਕੀ ਬੈਨੀਫਿਟ ਹੋਇਆ ਵੀ ਇੰਨੇ ਹਰਾ ਦਿੱਤੇ, ਇਹਨੇ ਜਿੱਤ ਲੈ, ਇੰਨਿਆਂ ਦੀ ਮੂਰਖਤਾਈ, ਇੰਨਿਆਂ ਦੀ ਬੇਸਮਝੀ, ਇੰਨਿਆਂ ਦੀ ਅਗਿਆਨਤਾ ਦੀ ਖਿੱਲੀ ਉਡਾ ਲਈ। ਇਸ ਇੱਕ ਹੈ ਤਾਂ ਚਸਕਾ ਹੀ ਨਾ, ਇੱਕ ਸਵਾਦ ਹੀ। ਬਾਬਾ ਫਰੀਦ ਸਾਹਿਬ ਨੇ ਬੜਾ ਉੱਤਮ ਵਾਕ ਕਿਹਾ, ਉਹ ਨਿਸ਼ਾਨੀ ਦੱਸ ਰਹੇ ਨੇ ਵੀ ਭਗਤ ਕੌਣ ਹੈ, ਫਕੀਰ ਕੌਣ ਹੈ, ਦਰਵੇਸ਼ ਕੌਣ ਹੈ, ਰੱਬ ਦਾ ਬੰਦਾ ਕੌਣ ਹੈ, ਧਰਮੀ ਕੌਣ ਹੈ। ਉਹਦੀਆਂ ਉਹਨਾਂ ਕੁਝ ਨਿਸ਼ਾਨੀਆਂ ਦੱਸੀਆਂ। ਕਹਿੰਦੇ ਮਤ ਹੁੰਦੀ ਹੋਏ ਇਹ, ਉਹ ਅਕਲ ਦਾ ਕੋਟ ਵੀ ਹੋਵੇ, ਸਿਆਣਪ ਦਾ ਪੁਤਲਾ ਵੀ ਹੋਵੇ, ਉਹਦੇ ਕੋਲ ਗਿਆਨ ਵਿਦਵਤਾ ਸੋਝੀ ਸਾਰਾ ਕੁਝ ਹੀ ਹੋਵੇ, ਪਰ ਉਹ ਉਸ ਚੀਜ਼ ਦੀ ਵਰਤੋਂ ਦੂਸਰੇ ਨੂੰ ਢਾਉਣ ਲਈ ਬਿਲਕੁਲ ਨਾ ਕਰੇ। ਉਹ ਇਆਣਾ ਬਣ ਕੇ ਰਹੇ, ਭਾਵ ਉਹਦਾ ਗਰੂਰ ਨਾ ਕਰੇ। ਉਹ ਚੀਜ਼ ਨਾਲ ਕਿਸੇ ਨੂੰ ਦਬਾਉਣਾ, ਕਿਸੇ ਨੂੰ ਢਾਉਣਾ, ਕਿਸੇ ਨੂੰ ਨੀਵਾਂ ਵਿਖਾਉਣਾ, ਕਿਸੇ ਦਾ ਮਾੜਾ ਕਰਨਾ, ਇਹ ਬਿਲਕੁਲ ਨਾ ਕਰੇ। ਉਹ ਇਵੇਂ ਵਰਤੇ ਸੰਸਾਰ ਵਿੱਚ ਵੀ ਉਹਦੇ ਵਰਗਾ ਇਆਣਾ ਕੋਈ ਨਹੀਂ। ਉਹ ਇਵੇਂ ਜੀਵਨ ਦੇ ਵਿੱਚ ਵਿਚਰੇ ਵੀ ਉਹਦੇ ਕੋਲ ਕੁਝ ਨਹੀਂ, ਜੋ ਵੀ ਹੈ ਬਹੁਤ ਥੋੜਾ ਹੈ, ਅਜੇ ਤਾਂ ਬਹੁਤ ਕਮਾਉਣਾ ਹੈ। ਮੈਂ ਸੁਕਰਾਤ ਦਾ ਇੱਕ ਕਥਨ ਪੜ੍ਹਿਆ ਸੀ, ਹੂ ਬਹੂ ਸ਼ਬਦਾਵਲੀ ਤੇ ਯਾਦ ਨਹੀਂ। ਉਹ ਕਹਿੰਦਾ ਜਿਸ ਨੇ ਜੀਵਨ ਦੇ ਵਿੱਚ ਇਹ ਜਾਣ ਲਿਆ ਵੀ ਮੈਨੂੰ ਕੱਖ ਨਹੀਂ ਪਤਾ, ਮੈਂ ਕੁਝ ਨਹੀਂ ਜਾਣਿਆ, ਸਮਝੋ ਉਹਨੇ ਕੁਝ ਨਾ ਕੁਝ ਮੰਜ਼ਿਲ ਹਾਸਲ ਕਰ ਲਈ ਹੈ। ਵਰਨਾ ਸੰਸਾਰ ਅੰਦਰ ਕੁਝ ਨਾ ਜਾਣ ਕੇ ਵੀ ਬੰਦੇ ਇਹ ਦਾਅਵਾ ਕਰਦੇ ਨੇ ਮੈਨੂੰ ਬਹੁਤ ਪਤਾ ਹੈ। ਸੁਕਰਾਤ ਕਹਿੰਦਾ ਵੀ ਜਿਸ ਨੇ ਇਹ ਜਾਣ ਲਿਆ ਵੀ ਮੈਂ ਕੁਝ ਨਹੀਂ ਜਾਣਿਆ, ਸਮਝੋ ਉਹਨੇ ਕੁਝ ਨਾ ਕੁਝ ਜਾਣ ਲਿਆ। ਬਾਣੀ ਵਿੱਚ ਵੀ ਆਪਾਂ ਪੜ੍ਹਦੇ ਹਾਂ ਨਾ, ਭਰਿਆ ਹੋਏ ਸੋ ਕਬੋ ਨਾ ਡੋਲੇ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਤਨੇ ਮਹਾਨ ਗਿਆਨੀ ਹਨ, ਉਹਨਾਂ ਜਿੰਨੀ ਪਹੁੰਚ, ਉਹਨਾਂ ਜਿੰਨੀ ਉਚਾਈ, ਉਸ ਉਚਾਈ ਨੂੰ ਤਾਂ ਨਾਪਿਆ ਹੀ ਨਹੀਂ ਨਾ ਜਾ ਸਕਦਾ। ਪਰ ਮੇਰੇ ਹਜ਼ੂਰ ਦੇ ਵਿੱਚ ਨਿਮਰਤਾ, ਪ੍ਰੇਮ, ਮੁਹੱਬਤ, ਸਤਿਕਾਰ, ਇਹ ਸਾਰੀਆਂ ਚੀਜ਼ਾਂ ਦੇ ਗੁਣ ਇੰਨੇ ਅਦੁੱਤੀ ਭਰੇ ਪਏ ਨੇ। ਇੰਨੇ ਪਾਕ ਦਾਮਨ ਹੋਣ ਦੇ ਬਾਵਜੂਦ ਵੀ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਚੋਰਾਂ, ਠੱਗਾਂ, ਬਦਕਾਰਾਂ ਕੋਲ ਆਪ ਚੱਲ ਕੇ ਉਹਨਾਂ ਨੂੰ ਭਾਈ ਕਹਿ ਕੇ ਸੰਬੋਧਨ ਕਰਦੇ। ਕੌਡੇ ਭੀਲ ਨੂੰ ਕਿਸੇ ਨੇ ਭਾਈ ਕਹਿਣਾ ਸੀ? ਗੁਰੂ ਨਾਨਕ ਨੇ ਕਿਹਾ। ਸਤਿਗੁਰੂ ਸੱਚੇ ਪਾਤਸ਼ਾਹ ਦੂਜਾ ਵਾਕ ਕਹਿੰਦੇ ਹਨ, ਤਾਣ ਹੁੰਦੇ ਹੋਏ ਨਿਤਾਣਾ। ਤਾਣ ਤਾਕਤ ਨੂੰ ਕਹਿੰਦੇ ਨੇ। ਤੁਹਾਡੇ ਕੋਲ ਕਿਸੇ ਵੀ ਕਿਸਮ ਦੀ ਤਾਕਤ ਹੋ ਸਕਦੀ, ਵਿਦਵਤਾ ਦੀ, ਪੈਸੇ ਦੀ, ਪਦਵੀ ਦੀ, ਸਰੀਰ ਦੀ, ਸੁਸਾਇਟੀ, ਕਿਸੇ ਵੀ ਬੜੀਆਂ ਕਿਸਮ ਦੀਆਂ ਤਾਕਤਾਂ ਨੇ। ਉਸ ਤਾਕਤ ਦੀ ਵਰਤੋਂ ਤੁਸੀਂ ਕਿਸੇ ਗਰੀਬ ਤੇ ਨਿਮਾਣੇ ਨੂੰ, ਨਿਤਾਣੇ ਨੂੰ ਦਬਾਉਣ ਲਈ ਨਹੀਂ ਕਰ। ਉਹ ਤਾਕਤ ਹੁੰਦਿਆਂ ਹੋਇਆਂ ਵੀ ਉਹਦਾ ਗਰੂਰ ਤੇ ਹੰਕਾਰ ਜੀਵਨ 'ਚ ਨਹੀਂ ਪਾਲਣਾ। ਉਸ ਤਾਕਤ ਨੂੰ ਉਹਦੀ ਨੇਮਤ, ਬਖਸ਼ਿਸ਼ ਸਮਝ ਕੇ ਜੀਵਨ 'ਚ ਆਪਣੇ ਲਈ ਤੇ ਦੂਜੇ ਦੇ ਭਲੇ ਲਈ ਵਰਤ। ਤੇ ਇਵੇਂ ਵਿਚਰਨਾ ਵੀ ਤੁਹਾਡੇ ਕੋਲ ਤਾਕਤ ਹੈ ਨਹੀਂ। ਤਾਣ ਹੁੰਦਿਆਂ ਵੀ ਤੁਸੀਂ ਐਵੇਂ ਰਿਐਕਟ ਕਰਨਾ ਵੀ ਮੈਂ ਨਿਤਾਣਾ ਆਦਮੀ, ਵੀ ਜਿਵੇਂ ਕਮਜ਼ੋਰ ਵਿਚਰਦਾ ਜੀਵਨ 'ਚ, ਉਹਦਾ ਕੋਈ ਗਰੂਰ ਨਹੀਂ, ਕੋਈ ਹੰਕਾਰ ਨਹੀਂ, ਕੋਈ ਕਿਸੇ ਨੂੰ ਉਸ ਤਾਕਤ ਨਾਲ ਦਬਾਉਣ ਦੀ ਰੁਚੀ ਨਹੀਂ। ਤੇ ਤੀਜਾ ਵਾਕ ਕਿਹਾ, ਅਣਹੋਂਦੇ ਆਪ ਵੰਡਾਏ। ਅਣਹੋਂਦਾ ਦਾ ਮਤਲਬ ਹੁੰਦਾ ਹੈ ਜਿੱਥੇ ਕਿਸੇ ਚੀਜ਼ ਦੇ ਹੋਣ ਦਾ ਸਵਾਲ ਹੀ ਨਾ ਉਪਜਦਾ, ਭਾਵ ਨਾ ਹੋਵੇ ਕੋਈ ਚੀਜ਼, ਜਿਹਨੂੰ ਆਪਾਂ ਕਹਿੰਦੇ ਨੇ ਵੀ ਥੋੜਾ ਹੈ,
ਘੱਟ ਹੈ, ਜ਼ਰੂਰਤ ਵੀ ਪੂਰੀ ਨਹੀਂ ਕਰਦਾ। ਕਹਿੰਦੇ ਅਣਹੋਂਦਾ ਵੀ ਆਪਣੇ ਆਪ ਨੂੰ ਵੰਡਾਉਣ ਦਾ ਯਤਨ ਕਰੇ। ਭਾਵ ਸੀਮਤ ਸਾਧਨਾ ਦੇ ਵਿੱਚ ਵੀ ਵੈਸੇ ਤੇ ਬੰਦੇ ਕੋਲ ਬੰਦੇ ਦੀ ਖਾਹਿਸ਼ ਦੇ ਮੁਤਾਬਕ ਉਹਦੇ ਕੋਲ ਕਦੇ ਵੀ ਬਹੁਤੇ ਸਾਧਨ ਨਹੀਂ ਹੁੰਦੇ। ਖਿਆਲ ਵਿੱਚ ਰੱਖੀਏ, ਸੀਮਤ ਬੰਦੇ ਦੀ ਖਾਹਿਸ਼ ਹੈ ਨਾ, ਜਿਹੜੀ ਖਾਹਿਸ਼, ਉਹਦੇ ਮੁਤਾਬਕ ਕਦੇ ਵੀ ਉਹਦੇ ਕੋਲ ਬਹੁਤੇ ਸਾਧਨ ਨਹੀਂ ਆਏ। ਜਿਨ੍ਹਾਂ ਦੇ ਕੋਲ ਸਮਾਂ ਨਹੀਂ ਨਾ, ਸਮਾਂ, ਹੁਣ ਦਿਨ ਦਾ ਵੀ ਤਾਂ ਇੱਕ ਲਿਮਟ ਹੈ ਨਾ, ਵੀ ਇੰਨੇ ਘੰਟਿਆਂ ਦਾ ਦਿਨ ਤੇ ਇੰਨੇ ਘੰਟਿਆਂ ਦੀ ਰਾਤ ਹੈ। ਤੇ ਜਿਨ੍ਹਾਂ ਕੋਲ ਉਹਦੇ ਵਿੱਚ ਵੀ ਚੱਜ ਨਾਲ ਸੌਣ ਦਾ, ਚੱਜ ਨਾਲ ਖਾਣ ਦਾ, ਚੱਜ ਨਾਲ ਪਹਿਨਣ ਦਾ, ਕਿਸੇ ਕੋਲ ਬੈਠਣ ਦਾ ਵੀ ਵਕਤ ਨਹੀਂ ਨਾ, ਹਰ ਵੇਲੇ ਉਹ ਰਾਊਂਡ ਦੇ ਉੱਤੇ ਹੀ ਨੇ, ਪੈਸੇ ਇਕੱਠੇ ਕਰ ਲਏ, ਮਾਣ ਸਨਮਾਨ ਹਾਸਲ ਕਰ ਲਿਆ। ਜਿਨ੍ਹਾਂ ਕੋਲ ਵਕਤ ਹੀ ਨਹੀਂ, ਉਹਨਾਂ ਨੂੰ ਵੀ ਪੁੱਛੋ, ਉਹ ਕਹਿੰਦੇ ਨੇ ਜੇ ਕਿਤੇ 12 ਘੰਟੇ ਦੇ ਦਿਨ ਦੀ ਬਜਾਏ 20 ਘੰਟੇ ਦਾ ਦਿਨ ਹੁੰਦਾ ਤੇ ਵਧੀਆ ਮੈਨੇਜ ਹੋ ਜਾਣਾ ਸੀ, ਤੇ ਰਾਤ ਵੀ 20 ਘੰਟੇ ਦੀ ਹੁੰਦੀ, ਤੇ ਮਹੀਨਾ ਜਿਹੜਾ 80 ਦਿਨਾਂ ਦਾ ਹੁੰਦਾ, ਤੇ ਹਫ਼ਤਾ ਜਿਹੜਾ ਘੱਟੋ ਘੱਟ 30 ਦਿਨਾਂ ਦਾ ਹੁੰਦਾ। ਤੇ ਤੁਸੀਂ ਆਪੇ ਕਾਊਂਟ ਕਰ ਲਓ ਵੀ ਉਹਨਾਂ ਨੂੰ ਤਾਂ ਸਦੀਆਂ ਚਾਹੀਦੀਆਂ ਨੇ, ਤੇ ਪੂਰਾ ਫਿਰ ਵੀ ਨਹੀਂ ਸੀ ਪੈਣਾ, ਗੱਲ ਫਿਰ ਵੀ ਨਹੀਂ ਸੀ, ਫਿਰ ਵੀ ਉਹਨਾਂ ਨੇ ਆਖਣਾ ਸੀ ਮੈਨੇਜ ਨਹੀਂ ਹੋ ਪਾ ਰਿਹਾ। ਉਹ ਸਤਿਗੁਰੂ ਮਹਾਰਾਜ ਹੁਣ ਐਸੀ ਬਿਰਤੀ ਦੇ ਵਿੱਚ ਕਹਿੰਦੇ ਖਾਹਿਸ਼ ਜਿਹੜੀ ਹੈ ਨਾ, ਖਾਹਿਸ਼ ਦੇ ਮੁਤਾਬਕ ਉਹਨਾਂ ਕੋਲੋਂ ਬਾਣੀ ਕੁਝ ਨਹੀਂ ਰਿਹਾ। ਖਾਹਿਸ਼ ਅੱਗੇ ਅੱਗੇ ਭੱਜ ਰਹੀ, ਉਹ ਮਗਰ ਮਗਰ ਭੱਜ ਰਿਹਾ, ਪੂਰਾ ਹੀ ਨਹੀਂ ਪੈ ਰਿਹਾ ਕੰਮ। ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਪਹਿਲੀ ਪੌੜੀ 'ਚ ਹੀ ਸਮਝਾਇਆ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾ। ਇੱਥੇ ਤੇ ਗੱਲ ਹੀ ਕੱਖ ਨਹੀਂ, ਇੱਥੇ ਤੇ ਬੰਦਾ 4 ਪਲਾਟ ਲੈ ਕੇ ਨਾ 5ਵੇਂ ਦਾ ਵੀ ਸੋਚਦਾ ਵੀ ਇਹਦੇ ਨਿਆਣੇ ਵਿਗੜ ਜਾਣ ਤੇ ਇਹਦਾ ਵੀ ਮੈਂ ਹੀ ਲੈ ਲਵਾਂ। ਮਹਾਰਾਜ ਕਹਿੰਦੇ ਤਿੰਨਾਂ ਪੁਰੀਆਂ ਦੇ ਭਵਨ ਵੀ, ਤਿੰਨਾਂ ਭਵਨਾਂ ਦੇ ਪਦਾਰਥ ਵੀ ਬੰਨ੍ਹ ਕੇ, ਢੇਰ ਬੰਨ੍ਹ ਕੇ ਉਹਦੇ ਸਾਹਮਣੇ ਰੱਖ ਦਿਓ ਨਾ, ਗੱਲ ਨਹੀਂ ਬਣਨੀ। ਸਤਿਗੁਰੂ ਨੇ ਇੱਥੇ ਕੋਈ ਥੋੜ੍ਹੀ ਜਿਹੀ ਗੱਲ ਨਹੀਂ ਕੀਤੀ, ਇੱਥੇ ਬਹੁਤ ਵੱਡੀ ਗੱਲ ਕੀਤੀ। ਫਿਰ ਵੀ ਕਹਿੰਦੇ ਨੇ ਅੰਦਰ ਦੀ ਉਸ ਤ੍ਰਿਸ਼ਨਾ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਇਹ ਉਹ ਖੂਹ ਹੈ ਜਿਹੜਾ ਕਦੇ ਨਹੀਂ ਭਰਦਾ, ਜਿਹਨੂੰ ਭਰਨ ਤੇ ਲੱਗਾ ਹੈ ਮਨੁੱਖ। ਤ੍ਰਿਸ਼ਨਾਲੂ ਬਿਰਤੀ ਵਿੱਚ ਲੋੜ ਦੀ ਗੱਲ ਨਹੀਂ ਕੀਤੀ, ਲੋਭ ਦੀ ਕੀਤੀ। ਹੁਣ ਜਦ ਖਾਹਿਸ਼ ਦੇ ਮੁਤਾਬਕ ਤਾਂ ਪੂਰਾ ਕਦੇ ਵੀ ਨਹੀਂ ਹੋਇਆ, ਪਰ ਇੱਥੇ ਬਾਬਾ ਫਰੀਦ ਸਾਹਿਬ ਕਹਿੰਦੇ ਸੀਮਤ ਜਿਹੀ ਸਾਧਨਾ ਦੇ ਵਿੱਚ ਵੀ ਬੰਦੇ ਦਾ ਤਿਆਗ ਤੇ ਕੁਰਬਾਨੀ ਕਿਤੇ ਵੱਡੀ ਹੋਵੇ, ਉਹਦੇ ਅੰਦਰ ਵੰਡਣ ਦਾ ਮਾਦਾ ਹੋਵੇ, ਹੈਲਪਫੁਲ ਹੋਵੇ, ਮਦਦਗਾਰ ਹੋਵੇ, ਲੋੜਵੰਦ ਦਾ ਪੱਖ ਲਵੇ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਇਹ ਖੂਬੀਆਂ ਦੱਸ ਕੇ ਕਿਹਾ, ਕੋ ਐਸਾ ਭਗਤ ਸਦਾਏ, ਕੋਈ ਐਸਾ ਹੀ ਭਗਤ ਸਦਾਉਣ ਦਾ ਹੱਕਦਾਰ ਹੈ। ਇਹ ਉਹਦੇ ਜੀਵਨ ਦਾ ਵਡੱਪਣ ਹੁੰਦਾ, ਇਹ ਉਹਦੇ ਜੀਵਨ ਦੀਆਂ ਨਿਸ਼ਾਨੀਆਂ ਨੇ। ਅੱਗੇ ਫਰਮਾਉਂਦੇ ਨੇ, ਇੱਕ ਫਿੱਕਾ ਨਾ ਗਾਲਾਏ ਸਭਨਾ ਮੈਂ ਸੱਚਾ ਧਣੀ, ਹਿਆਉ ਨਾ ਕਹਿੀ ਠਾਹੇ ਮਾਣਕ ਸਭ ਅਮੁੱਲ ਵੇ। ਗਾਲਾਏ ਦਾ ਮਤਲਬ ਹੁੰਦਾ ਹੈ ਗਲੇ ਤੋਂ ਕੁਝ ਕਹਿਣਾ, ਭਾਵ ਬੋਲਣਾ, ਕੁਝ ਆਖਣਾ। ਇਹ ਭਾਈ ਇੱਕ ਵੀ ਵਾਕ ਫਿੱਕਾ ਨਾ ਬੋਲ। ਇਸ ਗੱਲ ਦਾ ਚੇਤਾ ਰੱਖ, ਸਭਨਾ ਮੈਂ ਸੱਚਾ ਧਣੀ, ਮਾਲਕ ਸਾਰਿਆਂ ਦੇ ਵਿੱਚ ਹੈ, ਪਰਮੇਸ਼ਰ ਸਭਨਾ ਵਿੱਚ ਹੈ। ਮੈਂ ਕਈ ਵਾਰ ਇਸ ਸ਼ਲੋਕਾਂ ਨੂੰ ਵਿਚਾਰਦਾ, ਮਨ ਵਿੱਚ ਇੱਕ ਖਿਆਲ ਪੈਦਾ ਹੁੰਦਾ, ਜਦੋਂ ਸਤਿਗੁਰੂ ਜੀ ਕਹਿ ਦਿੰਦੇ ਨੇ ਕਿ ਸਾਕਤ ਸਵਾਨ ਦੀ ਨਿਆਈ ਹੈ, ਚੋਰ ਕੀ ਹਾਮਾ ਭਰੇ ਨਾ ਕੋਏ। ਜਦੋਂ ਕ੍ਰੋਧੀ ਨੂੰ ਕਹਿ ਦਿੰਦੇ ਹਨ ਇਹ ਚੰਡਾਲ ਹੈ, ਜਦੋਂ ਲੋਭੀ ਨੂੰ ਆਖ ਦਿੰਦੇ ਹਨ ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ਼ ਜਾਏ। ਤੇ ਸਾਡੇ ਜ਼ਿਹਨ ਵਿੱਚ ਇਹ ਸਵਾਲ ਆਉਂਦਾ, ਕੀ ਸਾਕਤ, ਕ੍ਰੋਧੀ, ਅਹੰਕਾਰੀ ਵੀ ਤੇ ਸੋਚਦਾ ਹੋਏਗਾ ਨਾ ਮਹਾਰਾਜ ਨੇ ਕਿੰਨੇ ਕਰੜੇ ਫਿੱਕੇ ਬੋਲ ਮੈਨੂੰ ਕਹੇ ਨੇ, ਉਹਦੇ ਹਿਸਾਬ ਨਾਲ ਸੋਚਿਆ ਤੇ ਫਿੱਕੇ ਹੀ ਹੋਣਗੇ। ਪਰ ਇਹ ਉਵੇਂ ਹੀ ਮੈਂ ਸਮਝਦਾ ਵੀ ਜਿਵੇਂ ਸਾਨੂੰ ਆ ਵੈਕਸੀਨ ਹੀ ਲੱਗਦੀ ਹੈ ਨਾ, ਤੇ ਪੀੜ ਤੇ ਹੁੰਦੀ ਹੈ, ਪਰ ਉਹ ਸਾਨੂੰ ਕੋਈ ਟੌਰਚਰ ਕਰਨ ਲਈ ਨਹੀਂ ਲਾ ਰਿਹਾ, ਉਹ ਇਸ ਕਰਕੇ ਲਾ ਰਿਹਾ ਵੀ ਇਹ ਬਿਮਾਰੀ ਤੋਂ ਬਚ ਜਾਏ। ਉਹ ਪੀੜ ਜਿਹੜੀ ਹੈ ਉਹ ਤੁਹਾਨੂੰ ਕੁਝ ਸੁੱਖ ਦੇਣ ਵਾਸਤੇ ਹੈ।
ਗੁਰੂ ਸਾਹਿਬ ਜੀ ਦੀ ਜਿਹੜੀ ਬਾਣੀ ਦੇ ਸ਼ਬਦ ਹਨ, ਭਾਵੇਂ ਉਹ ਸਾਨੂੰ ਲੱਗਣ ਮਹਾਰਾਜ ਨੇ ਕਿਸੇ ਨੂੰ ਚੰਡਾਲ ਆਖਿਆ, ਕ੍ਰੋਧੀ ਨੂੰ, ਲੋਭੀ ਨੂੰ, ਸਵਾਨ ਦੀ ਨਿਆਈ, ਇਹ ਸ਼ਬਦ ਸਾਡੇ ਸਾਹਮਣੇ ਜਦੋਂ ਆਉਂਦੇ ਨੇ ਤੇ ਗੁਰੂ ਸਾਹਿਬ ਇੱਕ ਟ੍ਰੀਟਮੈਂਟ ਦੀ, ਇਲਾਜ ਦੀ ਭਾਵਨਾ ਵਿੱਚੋਂ ਇਹ ਸ਼ਬਦਾਂ ਦੀ ਵਰਤੋਂ ਕਰਦੇ ਨੇ, ਕੋਈ ਹਰਟ ਕਰਨ ਲਈ ਨਹੀਂ ਕਰਦੇ। ਨਾਲੇ ਉਹਨਾਂ ਨੇ ਬਿਰਤੀ ਦੀ ਗੱਲ ਕੀਤੀ, ਕਿਸੇ ਦਾ ਨਾਂ ਲਿਖ ਕੇ ਨਹੀਂ ਕਿਹਾ ਵੀ ਜੁਗਾਂ ਜੁਗਾਂ ਤੱਕ ਇਹਨੂੰ ਲਾਹਨਤਾਂ ਪੈਂਦੀਆਂ ਰਹਿਣ, ਐਸਾ ਕੁਝ ਨਹੀਂ। ਉਹਨਾਂ ਤਾਂ ਸਗੋਂ ਉਸ ਵਿਅਕਤੀ ਨੂੰ ਵੀ ਗਲ ਨਾਲ ਲਾਇਆ ਜਿਹਨੇ ਤੌਬਾ ਕਰ ਲਈ ਆਪਣੇ ਮੰਦੇ ਕਰਮਾਂ ਤੋਂ, ਉਹਨੂੰ ਭਾਈ ਕਿਹਾ। ਤੋ ਇੱਥੇ ਫਿੱਕੇ ਦਾ ਭਾਵ ਸਮਝੀਏ। ਹਰ ਉਹ ਬੋਲ ਫਿੱਕਾ ਹੈ ਜਿਹੜਾ ਸਚਾਈ ਤੋਂ ਉਲਟ ਹੈ। ਹਰ ਉਹ ਬੋਲ ਫਿੱਕਾ ਹੈ ਜਿਹੜਾ ਦੂਸਰੇ ਨੂੰ ਦਬਾਉਣ ਖਾਤਰ ਮੰਦ ਭਾਵਨਾ ਦੇ ਵਿੱਚੋਂ ਪ੍ਰਗਟ ਹੋਇਆ ਹੈ। ਹਰ ਉਹ ਬੋਲ ਫਿੱਕਾ ਹੈ ਜੋ ਯਥਾਰਥ ਤੋਂ ਉਲਟ ਹੈ। ਹਰ ਉਹ ਬੋਲ ਫਿੱਕਾ ਹੈ ਜਿਹੜਾ ਤੁਹਾਡੇ ਅੰਦਰ ਦੀ ਮੈਲੀ ਬਿਰਤੀ ਦੇ ਵਿੱਚੋਂ ਉਪਜਦਾ ਹੈ, ਉਹ ਫਿੱਕਾ ਹੈ। ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ। ਤੋ ਸਤਿਗੁਰੂ ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਨੇ, ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ। ਇਹ ਮੰਨ ਕੇ ਜੀਵਨ ਵਿੱਚ ਵਿਚਰ, ਸਾਰਿਆਂ ਦੇ ਵਿੱਚ ਉਹ ਧਣੀ ਖਸਮ ਵਾਹਿਗੁਰੂ ਦਾ ਵਾਸਾ ਹੈ, ਉਹਦੀ ਜੋਤ ਹੈ। ਹਿਆਓ ਨਾ ਕਹਿ ਠਾਹੇ। ਹਿਆਓ ਹਿਰਦੇ ਨੂੰ ਕਹਿੰਦੇ ਨੇ, ਠਾਹੇ ਦਾ ਮਤਲਬ ਢਾਉਣਾ, ਤੋੜਨਾ। ਆਪਣੀ ਮੈਲੀ ਮੰਦ ਭਾਵਨਾ ਦੇ ਨਾਲ ਐਸਾ ਕੁਝ ਨਾ ਕਹਿ, ਐਸਾ ਕੁਝ ਨਾ ਕਰ ਵੀ ਕਿਸੇ ਦਾ ਕੋਮਲ, ਕਿਸੇ ਦਾ ਸੱਚਾ ਹਿਰਦਾ ਦੁੱਖ ਜਾਏ। ਹਿਆਓ ਨਾ ਕਹਿ ਠਾਹੇ ਮਾਣਕ ਸਭ ਮੁੱਲ ਵੇ। ਹਰ ਇੱਕ ਦਾ ਹਿਰਦਾ ਮਾਣਕ, ਕੀਮਤੀ ਰਤਨ ਵਰਗਾ, ਕੀਮਤੀ ਮੋਤੀਆਂ ਵਰਗਾ, ਹੀਰਿਆਂ ਵਰਗਾ। ਫਿਰ ਅਖੀਰਲੇ ਸ਼ਲੋਕ ਵਿੱਚ ਫਰਮਾਇਆ, ਸਭਨਾ ਮਨ ਮਾਣਕ ਠਾਹਣ ਮੂਲ ਮਚੰਗਵਾ। ਜੇ ਤਉ ਪ੍ਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀਦਾ। ਸਭਨਾ ਮਨ ਮਾਣਕ, ਸਭਨਾ ਦਾ ਮਨ ਕੀਮਤੀ ਮਾਣਕ ਹੈ, ਲਾਲ ਹੈ, ਰਤਨ ਹੈ, ਹੀਰਾ ਹੈ। ਠਾਹਣ ਮੂਲ ਮਚੰਗਵਾ, ਢਾਉਣ ਦਾ ਮੂਲੋਂ ਵੀ ਯਤਨ ਨਾ ਕਰੇ, ਚੰਗਾ ਕੰਮ ਨਹੀਂ। ਮੂਲੋਂ ਚੰਗਾ ਕੰਮ ਨਹੀਂ। ਕਿਸੇ ਦੇ ਸੱਚੇ ਨਿਰਛਲ ਨਿਸ਼ਕਪਟ ਹਿਰਦੇ ਨੂੰ ਸੱਟ ਮਾਰ, ਇਹ ਕਾਰਜ ਨਾ ਕਰ। ਜੇ ਤੂੰ ਸੱਚਮੁੱਚ ਸਭਨਾ ਵਿੱਚ ਰੱਬ ਨੂੰ ਜਾਣਦਾ ਹੈ, ਸਭਨਾ ਵਿੱਚ ਰੱਬ ਨੂੰ ਮਹਿਸੂਸ ਕਰਦਾ ਹੈ ਤੇ ਮੰਨਦਾ ਹੈ ਵੀ ਮੇਰਾ ਪਰਮੇਸ਼ਰ ਸਭਨਾ ਵਿੱਚ ਹੈ, ਤੇ ਐਸਾ ਨਾ ਕਰ। ਫਿਰ ਆਖਦੇ ਨੇ, ਜੇ ਤਉ ਪ੍ਰਿਆ ਦੀ ਸਿੱਖ, ਜੇ ਤੈਨੂੰ ਪਿਆਰੇ ਨੂੰ, ਪਰਮੇਸ਼ਰ ਨੂੰ ਮਿਲਣ ਦੀ ਤਾਂਘ ਹੈ, ਸਿੱਖ ਹੈ ਤੇਰੇ ਅੰਦਰ, ਇੱਛਾ ਹੈ, ਤਾਂਘ ਹੈ, ਜਗਿਆਸਾ ਹੈ, ਹਿਆਓ ਨਾ ਕਾਹੇ, ਹਿਆਓ ਨਾ ਠਾਹੇ ਕਹੀਦਾ। ਕਿਸੇ ਦਾ ਵੀ, ਕਹੀ ਦਾ ਮਤਲਬ ਕਿਸੇ ਦਾ ਵੀ, ਠਾਹੇ ਨਾ ਤੋੜ, ਹਿਆਓ ਹਿਰਦਾ, ਦਿਲ ਨਾ ਤੋੜ। ਕਿਸੇ ਦੇ ਨਿਰਛਲ ਸੱਚੇ ਨਿਸ਼ਕਪਟ ਹਿਰਦੇ ਨੂੰ ਤਕਲੀਫ ਨਾ ਦੇ। ਗਰੀਬ ਨਵਾਜ ਕਿਰਪਾ ਕਰਨ। ਇਹਨਾਂ ਸਾਰੇ ਸ਼ਲੋਕਾਂ ਵਿੱਚ ਬਾਬਾ ਫਰੀਦ ਸਾਹਿਬ ਮਹਾਰਾਜ ਨੇ ਜੋ ਉਪਦੇਸ਼, ਜੋ ਸਿੱਖਿਆ, ਜੋ ਪ੍ਰੇਰਨਾਵਾਂ ਸਾਨੂੰ ਬਖਸ਼ੀਆਂ ਨੇ, ਜਿਹੜੀ ਗਾਖੜੀ ਦਰਵੇਸ਼ੀ ਤੇ ਭਗਤ ਹੋਣ ਦਾ ਜੋ ਜੀਵਨ ਬਿਰਤਾਂਤ ਉਹਨਾਂ ਨੇ ਸਿਰਜਿਆ ਵੀ ਇਸ ਤਰ੍ਹਾਂ ਦਾ ਮਨੁੱਖ ਹੋਵੇ, ਉਹ ਸਾਰੇ ਉਪਦੇਸ਼ ਸਾਡੇ ਜੀਵਨ ਵਿੱਚ ਵਸਣ। ਇਹਨਾਂ ਦਾ ਇੱਕ ਕਿਣਕਾ ਮਾਤਰ ਵੀ ਸਾਡੇ ਹਿਰਦੇ ਦਾ ਸ਼ਿੰਗਾਰ ਬਣੇ ਤੇ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਤੇ ਤਕਲੀਫਾਂ ਜਿਹੜੀਆਂ ਹਨ, ਸਾਡੇ ਮੰਦ ਆਚਰਣ ਤੇ ਮੰਦ ਵਿਹਾਰ ਦੀਆਂ ਜਿਹੜੀਆਂ ਕਠਿਨਾਈਆਂ ਹਨ, ਉਹ ਦੂਰ ਹੋ ਸਕਣ। ਗਰੀਬ ਨਵਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।